ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਇੱਥੇ ਚੱਕਾ ਜਾਮ ਲੱਗਾ ਹੋਇਆ ਹੈ ਔਰ ਜਿਵੇਂ ਕਿ ਕਿਸਾਨਾਂ ਵੱਲੋਂ 6 ਫਰਵਰੀ ਨੂੰ ਚੱਕਾ ਜਾਮ ਕਰਨ ਦੀ ਅਪੀਲ ਕੀਤੀ ਗਈ ਤਾਂ ਅੱਜ ਬਠਿੰਡਾ ਵਿੱਚ ਭਾਈ ਕਨ੍ਹਈਆ ਜੀ ਚੌਂਕ ਤੇ ਕਿਸਾਨਾਂ ਵੱਲੋਂ ਚੱਕਾ ਜਾਮ ਲਗਾਇਆ ਗਿਆ ਹੈ ਤੇ ਇੱਥੇ ਆਪਾਂ ਕਰਦੇ ਹਾਂ ਕਿਸਾਨਾਂ ਨਾਲ ਗੱਲਬਾਤ ਤੇ ਪੁੱਛਦੇ ਹਾਂ ਕਿ ਮੌਜੂਦਾ ਹਾਲਾਤ ਕੀ ਚੱਲ ਰਹੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੈਂ ਸੁਰਿੰਦਰਪਾਲ ਸਿੰਘ ਜਨਰਲ ਸੈਕਟਰੀ ਫਰੀडम फाइटर लाला संत राम ਮੈਮੋਰੀਅਲ ਲਾਇਬ੍ਰੇਰੀ ਵੱਲੋਂ ਇੱਥੇ ਸਾਡੇ ਭਾਈ ਕਨ੍ਹਈਆ ਚੌਂਕ ਬਠਿੰਡਾ ਵਿਖੇ ਜਿਹੜਾ ਚੱਕਾ ਜਾਮ ਹੋਇਆ ਜਿਹੜਾ ਕਿ ਸਾਰੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਉਸ ਸੰਬੰਧ ਸਾਡੇ ਕਿਸਾਨ ਇੱਥੇ ਇਕੱਠੇ ਹੋਏ ਹੈ ਤੇ ਚੱਕਾ ਜਾਮ ਹੈ ਪੂਰਨ ਤੌਰ ਤੇ ਸੰਪੂਰਨ ਤੌਰ ਤੇ ਚੱਕਾ ਜਾਮ ਜਿਹੜਾ ਇਹ ਪੂਰਾ ਕਾਮਯਾਬ ਹੈ। ਕੋਈ ਵੀ ਗੱਡੀ ਇੱਥੇ ਨਹੀਂ ਲੰਘ ਰਹੀ, ਸਿਰਫ ਐਂਬੂਲੈਂਸ ਤੇ ਜਿਹੜੀਆਂ ਸਕੂਲ ਦੀਆਂ ਗੱਡੀਆਂ ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਹੁਣ ਆਪਾਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਾਲ ਤੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਇੰਨਾ ਟਾਈਮ ਹੋ ਗਿਆ ਕਿ ਕਿਸਾਨ ਉੱਥੇ ਬੈਠੇ ਨੇ ਦਿੱਲੀ ਦੇ ਵਿੱਚ ਪਰ ਉਹਨਾਂ ਦੇ ਵੱਲੋਂ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਸਰਕਾਰ ਬਿਲਕੁਲ ਵੀ ਕਿਸੇ ਦੀ ਨਹੀਂ ਸੁਣ ਰਹੀ ਹੈਗੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਬਿਲਕੁਲ ਜੀ, ਇਹ ਅੰਦੋਲਨ ਦੇ ਪੜਾਅ ਹੁੰਦੇ ਆ ਸੋ ਸਰਕਾਰ ਆਪਦੀ ਈਗੋ ਤੇ ਲਈ ਬੈਠੀ ਹੈ ਗੱਲ। ਪਰ ਜੇ ਈਗੋ ਸਾਡੇ ਪ੍ਰਾਈਮ ਮਿਨਿਸਟਰ ਦੀ ਹੈ ਤਾਂ ਜਿਹੜਾ ਉੱਥੇ 40 ਲੱਖ ਕਿਸਾਨ ਤੇ ਨੌਜਵਾਨ ਬੈਠਾ ਹੈ ਈਗੋ ਉਹਨਾਂ ਦੀ ਇਹਦੇ ਤੋਂ ਉੱਪਰ ਹੈ। ਸੋ ਅਸੀਂ ਕਾਨੂੰਨ ਰੱਦ ਕਰਾਏ ਬਿਨਾਂ ਪਹਿਲੇ ਦਿਨ ਤੋਂ ਹੀ ਸਾਡਾ ਇਹ ਨਾਅਰਾ ਹੈ ਜਿੱਤਾਂਗੇ ਜਾਂ ਮਰਾਂਗੇ। ਸੋ ਕਾਨੂੰਨ ਰੱਦ ਕਰਾਏ ਬਿਨਾਂ ਅਸੀਂ ਵਾਪਸ ਨਹੀਂ ਆਉਣਾ। ਅੱਜ ਇਹ ਜਿਹੜਾ ਚੱਕਾ ਜਾਮ ਦੀ ਕਾਲ ਹੈ ਇਹ ਬਠਿੰਡੇ ਦੇ ਇਤਿਹਾਸ ਦੀ ਪਹਿਲੀ ਸਭ ਤੋਂ ਵੱਡੀ ਚੱਕਾ ਜਾਮ ਦੀ ਕਾਲ ਬਣੂਗੀ। ਲੋਕ ਅਵੇਅਰ ਹੋ ਚੁੱਕੇ ਹੈ ਸੋ ਅਸੀਂ ਹੁਣ ਵਾਪਸ ਨਹੀਂ ਆਉਣਾ ਕਾਨੂੰਨ ਰੱਦ ਕਰਾਏ ਬਿਨਾਂ। ਜਿਹੜਾ ਸਰਕਾਰ ਵੱਲੋਂ ਕਿਸਾਨਾਂ ਲਈ ਬਜਟ ਲਿਆਂਦਾ ਗਿਆ ਉਹਦੇ ਵਿੱਚ ਤੁਸੀਂ ਕੀ ਦੱਸੋ? ਬਿਲਕੁਲ ਜੀ, ਅਸੀਂ ਇਹਨਾਂ ਬਜਟਾਂ ਤੇ ਪਹਿਲਾਂ ਵੀ ਕਦੇ ਯਕੀਨ ਨਹੀਂ ਕੀਤਾ। ਸਰਕਾਰ ਦੁਆਰਾ ਲੰਮੇ ਸਮੇਂ ਤੋਂ ਕਿਸਾਨ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਸੋ ਸਾਨੂੰ ਇਹਦੇ ਬਜਟ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਤਾਂ ਸਗੋਂ ਇਹ ਕਹਿੰਦੇ ਹਾਂ ਕਿ ਅਸੀਂ ਕੋਈ ਭੀਖ ਮੰਗਣ ਵਾਲੀ ਕੌਮ ਨਹੀਂ। ਸਾਡੇ ਕੋਲੇ ਸਾਡੀਆਂ ਜ਼ਮੀਨਾਂ ਰਹਿ ਦਿੱਤੀਆਂ ਜਾਣ, ਅਸੀਂ ਆਪਦੇ ਬਜਟ ਆਪ ਬਣਾਉਣਾ ਜਾਣਦੇ ਹਾਂ। ਸੋ ਸਾਨੂੰ ਇਹਨਾਂ ਤੋਂ ਪਹਿਲਾਂ ਹੀ ਪਤਾ ਸੀ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਸੋ ਜਿਹੜੇ ਬਜਟ ਬਣਿਆ ਉਹ ਕਾਰਪੋਰੇਟ ਨੂੰ ਫਾਇਦੇ ਲਈ ਬਣਿਆ। ਸੋ ਇਹ ਬਰੂਡਲ ਬਜਟ ਹੈ, ਅਸੀਂ ਯਕੀਨ ਨਹੀਂ ਕਰਦੇ ਇਹੋ ਜਿਹੇ ਬਜਟਾਂ 'ਚ। ਹਾਂਜੀ ਸਰ, ਤੁਸੀਂ ਕਿੱਥੋਂ ਆਏ ਹੋ? ਅਵਲੂ ਪਿੰਡ ਆ ਜੀ, ਅਵਲੂ ਕੋਟਲੀ ਜ਼ਿਲ੍ਹਾ। ਨਾਮ ਕੀ ਹੈ ਤੁਹਾਡਾ? ਨਾਮ ਸੋਨੂ। ਠੀਕ ਹੈ ਜੀ। ਤੁਸੀਂ ਅੱਜ ਜਿਵੇਂ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਤੇ ਸਰਕਾਰ ਵੱਲੋਂ ਹਲੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਬਹੁਤ ਘਟੀਆ ਸੋਚ ਆ ਮੋਦੀ ਦੀ। ਬਿਲਕੁਲ ਭਾਰਤ ਨੂੰ, ਲੋਕਾਂ ਨੂੰ ਭਾਰਤ ਦੇ ਸਮਝਦਾ ਹੀ ਨਹੀਂ ਉਹ ਲੋਕ। ਜੇ ਸਮਝਦਾ ਹੁੰਦਾ ਤਾਂ ਹੁਣ ਨੂੰ ਤਾਂ ਉਹਨੇ ਕਾਨੂੰਨ ਰੱਦ ਕਰ ਦੇਣੇ ਸੀਗੇ। ਦੇਖੋ ਲੋਕ ਘਰ ਪਰਿਵਾਰ ਛੱਡ ਕੇ 2 ਮਹੀਨਿਆਂ ਤੋਂ ਦਿੱਲੀ ਦੇ ਵਿੱਚ ਬੈਠੇ ਨੇ ਤੇ ਉੱਥੇ ਦਿਨ ਰਾਤ ਇੱਕ ਕਰ ਰਹੇ ਨੇ। ਘਰੇ ਜਵਾਕ ਇਕੱਲੇ ਨੇ ਅਤੇ ਬੁੜੀਆਂ ਜਾ ਕੇ ਕੰਮ ਖੇਤ ਦਾ ਕਰ ਰਹੀਆਂ ਨੇ। ਪਰ ਉਹ ਮੋਦੀ ਬਿਲਕੁਲ ਵੀ ਇਸ ਗੱਲ ਦੀ ਜਮਾਂ ਵੀ ਉਹਨੂੰ ਬੰਦੇ ਨੂੰ ਸ਼ਰਮ ਨਹੀਂ ਆ ਰਹੀ ਵੀ ਇੱਥੇ ਬੈਠਿਆ ਉਹ ਬੰਦਾ। ਨਾ ਹੀ ਇੱਕ ਵਾਰੀ ਵੀ ਉਸ ਬੰਦੇ ਨੇ ਭਾਸ਼ਣ ਨਹੀਂ ਦਿੱਤਾ ਵੀ ਕੋਲ ਕਿਸਾਨਾਂ ਕੋਲ ਖੁਦ ਆਇਆ ਹੋਵੇ, ਨਾ ਹੀ ਉਹਦੇ ਬੰਦੇ ਕੋਈ ਆਉਂਦਾ ਹੈਗਾ। ਠੀਕ ਹੈ, 2-4 ਵਾਰੀ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਤਰੀਕਾਂ ਪਾਉਣ ਦੇ ਗਾਂਧੀਗਾ ਕੋਈ ਉਸ ਬੰਦੇ ਨੇ ਹੱਲ ਨਹੀਂ ਕੀਤਾ ਇਸ। ਹੁਣ ਸਾਡੇ ਨਾਲ ਜੁੜੇ ਹਨ ਹਨੀ ਸਿੰਘ ਤੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਸਰਕਾਰ ਵੱਲੋਂ ਜਿਵੇਂ ਕਿ ਬਹੁਤ ਕੁਝ ਕੀਤਾ ਜਾ ਰਿਹਾ ਹੈ ਨਾ ਕਿਸਾਨਾਂ ਨੂੰ ਰੋਕਣ ਦੇ ਲਈ ਔਰ ਬੈਰੀਕੇਡ ਲਗਾਏ ਗਏ ਨੇ, ਤਾਂ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਮੇਰਾ ਨਾਮ ਅਮਰਜੀਤ ਹਣੀ, ਖੇਤੀ ਕਿਸਾਨ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ। ਪਹਿਲਾਂ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਲਗਾਤਾਰ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਹੋ। ਜਿਹੜਾ ਸਵਾਲ ਆ ਕਿ ਸਰਕਾਰ ਲਗਾਤਾਰ ਬੈਰੀਅਰ ਲਾ ਰਹੀ ਆ, ਲਗਾਤਾਰ ਕੇਸ ਪਾ ਰਹੀ ਆ, ਲਗਾਤਾਰ ਕੰਡੇ ਵਾਲੀਆਂ ਤਾਰਾਂ ਲਾ ਰਹੀ ਆ, ਲਗਾਤਾਰ ਲੋਹੇ ਦੀਆਂ ਮੇਖਾਂ ਲਾ ਕੇ ਰਸਤੇ ਬੰਦ ਕਰਿਆ। ਅਸਲ ਸਰਕਾਰ ਬਖਲਾੜ ਦੇ ਵਿੱਚ ਆਈ ਵੀ ਹੈ। ਸਰਕਾਰ ਨੂੰ ਕੋਈ ਸੁੱਝ ਨਹੀਂ ਰਿਹਾ ਕਿ ਜਿੱਡਾ ਵੱਡਾ ਇਹ ਮੋਰਚਾ ਅੰਦੋਲਨ ਵਿਆਪਕ ਪੱਧਰ 'ਤੇ ਬਣ ਗਿਆ। ਪੂਰੀ ਦੁਨੀਆ ਦੇ ਵਿੱਚ ਇਸ ਅੰਦੋਲਨ ਦੀ ਚਰਚਾ। ਮੋਦੀ ਜੋ ਫਾਸੀਵਾਦੀ ਸਰਕਾਰ ਆ ਉਹ ਪਿੱਛੇ ਹਟਣ ਲਈ ਉਹਨਾਂ ਨੂੰ ਬਹੁਤ ਔਖਾ ਸਮਾਂ ਲੱਗਦਾ। ਉਹ ਪਿਛਲੇ 2 ਮਹੀਨਿਆਂ ਤੋਂ ਅਸੀਂ ਬਹੁਤ ਕੁਝ ਦੇਖਿਆ ਕਿ ਸਰਕਾਰ ਨੇ ਜਿਹੜੀ ਇਹ ਹੁਣ ਤੱਕ ਇਹ ਕਹਿੰਦੀ ਸੀ ਕਿ ਸਾਡੇ ਕਾਨੂੰਨ ਵਧੀਆ ਉਹ ਸੋਧਾਂ ਲਈ ਤਾਂ ਮੰਨ ਗਈ ਆ, ਪਰ ਇਸ ਦੇ ਬਾਵਜੂਦ ਵੀ ਸਰਕਾਰ ਹਜੇ ਵੀ ਕਹਿੰਦੀ ਆ ਕਿ ਇਹ ਜਿਹੜੇ ਕਾਨੂੰਨ ਆ ਬਹੁਤ ਵਧੀਆ ਕਾਨੂੰਨ ਆ, ਕਿਸਾਨਾਂ ਦੀ ਭਲਾਈ ਰਹੀ ਆ। ਜਾਣੀ ਕਿ 2 ਕਦਮ ਸਰਕਾਰ ਪਿੱਛੇ ਹਟ ਕੇ 4 ਕਦਮ ਅੱਗੇ ਵੱਧ ਕੇ ਹਮਲਾ ਕਰਨ ਦੀ ਜਿਹੜੀ ਪਾਲਿਸੀ ਆ ਉਸੇ ਪਾਲਿਸੀ 'ਚੋਂ ਆ ਕਿ ਜਿਹੜਾ ਦਿੱਲੀ ਦੇ ਵਿੱਚ ਕੁਝ ਵਾਪਰਿਆ ਤੇ ਹੁਣ ਵੀ ਸਾਡੇ ਮੋਰਚਿਆਂ ਨੂੰ ਘੇਰਾਬੰਦੀ ਕਰੀ ਵੀ ਆ। ਠੀਕ ਆ, ਸਰਕਾਰ ਦਾ ਕੰਮ ਆ, ਸਾਡਾ ਕੰਮ ਲੜਨਾ। ਲਗਾਤਾਰ ਜਿਹੜਾ ਇਹ ਅੰਦੋਲਨ ਵਿਆਪਕ ਵੱਡੀ ਪੱਧਰ 'ਤੇ ਫੈਲਿਆ ਜਾ ਰਿਹਾ। ਅੱਜ ਵੀ ਜਿਹੜਾ 3 ਘੰਟਿਆਂ ਦਾ ਜਾਮ ਆ ਉਸੇ 'ਚੋਂ ਆ ਕਿ ਜਿਹੜਾ
ਲਗਾਤਾਰ ਕਿਸਾਨਾਂ ਦੇ ਅੰਦੋਲਨ ਦੇ ਖਿਲਾਫ ਸਰਕਾਰ ਪ੍ਰਚਾਰ ਕਰਦੀ ਹੈ ਕਿ ਇੱਕ ਸਟੇਟ ਦਾ ਅੱਜ ਜਦੋਂ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਹੋਊਗਾ, ਸਰਕਾਰ ਤੇ ਦਬਾਅ ਪਊਗਾ ਕਿ ਇਹ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ, ਪੂਰੇ ਭਾਰਤ ਦੇ ਲੋਕਾਂ ਦਾ। ਜਿਵੇਂ ਕਿ ਅੱਜ ਪੂਰੇ ਭਾਰਤ ਵਿੱਚ ਚੱਕਾ ਜਾਮ ਕੀਤਾ ਗਿਆ, ਤੁਹਾਨੂੰ ਕੀ ਲੱਗਦਾ ਕਿ ਇਹਦਾ ਸਰਕਾਰ ਤੇ ਕੋਈ ਅਸਰ ਹੋਵੇਗਾ ਜਾਂ ਨਹੀਂ? ਦੇਖੋ ਜੀ, ਸਰਕਾਰ ਤੇ ਤਾਂ ਆਟੋਮੈਟਿਕ ਅਸਰ ਹੈਗਾ ਕਿ ਤੁਸੀਂ ਦੇਖਿਆ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਹੁੰਦੇ ਹੋਏ ਆਪਦਾ ਜਹਾਜ਼ ਨਹੀਂ ਤਾਰ ਸਕੇ। ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਿੰਮਤ ਨਹੀਂ ਕਿ ਕਿਸੇ ਵੀ ਪਿੰਡ 'ਚ ਜਾ ਕੇ ਰੈਲੀ ਕਰਦੇ। ਇਦੋਂ ਉੱਤੇ ਕੀ ਦਬਾਅ ਹੋ ਸਕਦਾ? ਟੋਟਲ ਦੁਨੀਆ ਦੇ ਜਿਹੜੇ ਲੋਕ ਆ ਉਹ ਸਾਡੇ ਨਾਲ ਆ, ਬੁੱਧੀਜੀਵੀ ਪੱਤਰਕਾਰ ਆ, ਜਿਹੜੇ ਲੋਕਾਂ ਦੇ ਪੱਖੀ ਪੱਤਰਕਾਰ ਆ, ਉਹਨਾਂ ਦੀ ਗੱਲ ਕਰਦਾ। ਜਿਹੜਾ ਨੈਸ਼ਨਲ ਮੀਡੀਆ, ਜਿਹੜਾ ਵੱਡਾ ਚੈਨਲ ਆ, ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ, ਉਹਨਾਂ ਨੂੰ ਛੱਡ ਕੇ ਜਿਵੇਂ ਤੁਹਾਡਾ ਚੈਨਲ ਆ, ਹੋਰ ਚੈਨਲ ਆ, ਲਗਾਤਾਰ ਸਾਡੇ ਅੰਦੋਲਨ ਦੀ ਸਪੋਰਟ ਕਰ ਰਿਹਾ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਣੋ ਕਿ ਇਸ ਅੰਦੋਲਨ ਦਾ ਕਿਵੇਂ ਲੋਕਾਂ ਤੇ ਅਸਰ ਪੈਣਾ ਤੇ ਕਿਵੇਂ ਮੋਦੀ ਸਰਕਾਰ ਨੇ ਗੋਡਿਆਂ ਭਰਨੇ ਹੋਣਾ। ਜਿਵੇਂ ਕਿ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਉਹਨਾਂ ਨੂੰ ਫੋਨ ਕਰਨ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਜੀ, ਸਾਡੇ ਦੇਸ਼ ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਆ ਜੁਮਲੇ ਵਾਲਾ ਪ੍ਰਧਾਨ ਮੰਤਰੀ, ਝੂਠਾਂ ਦਾ ਪ੍ਰਧਾਨ ਮੰਤਰੀ। ਜੇ ਗੂਗਲ ਤੇ ਕਹਿੰਦੇ ਸਰਚ ਕਰਨੀ ਹੋਵੇ, ਜੇ ਦੇਖਣਾ ਹੋਵੇ ਤੇ ਸਭ ਤੋਂ ਪਹਿਲਾਂ ਸਾਡੇ ਵਾਲੇ ਦਾ ਨੰਬਰ ਲੱਗਦਾ। ਉਹਨੇ ਕਿਹਾ ਕਿ ਸਿਰਫ 2 ਕਾਲਾਂ ਦੀ ਗੱਲ ਆ, ਜੇ 1 ਕਾਲ ਦੀ ਗੱਲ ਹੈ, ਜੇ ਗੱਲ ਕਿਸਾਨ ਸਾਡੇ ਨਾਲ ਕਰਨ। ਤੂੰ ਦੇਸ਼ ਦਾ ਪ੍ਰਧਾਨ ਮੰਤਰੀ ਆ, ਲੋਕਾਂ ਨੇ ਤੈਨੂੰ ਚੁਣਿਆ, ਤੇਰੇ ਜ਼ਿੰਮੇਵਾਰੀ ਆ ਕਿ ਤੁਹਾਡੀ ਜਨਤਾ, ਤੁਹਾਡੇ ਲੋਕ ਤੰਗ ਪਰੇਸ਼ਾਨ ਆ, ਤੂੰ ਆਪ ਉਹਨਾਂ ਨੂੰ ਕਾਲ ਕਰ। ਜੇ ਲੋਕ ਕਿਸਾਨ ਜਥੇਬੰਦੀਆਂ ਨਹੀਂ ਕਰਦੀਆਂ, ਤੂੰ ਉਹਨਾਂ ਨੂੰ ਸੱਦਾ ਦੇ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ, ਜਿਹੜੇ ਤੁਹਾਨੂੰ ਸੰਕਿਆ, ਜਿਹੜੀ ਚੀਜ਼ ਨਹੀਂ ਚਾਹੀਦੀ ਆਪਾਂ ਬਦਲ ਲੈਂਦੇ ਆ। ਅਸਲ 'ਚ ਉਹ ਇਹ ਦਿਖਾਉਣਾ ਚਾਹੁੰਦਾ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ, ਕਿਸਾਨ ਗੱਲਬਾਤ ਲਈ ਤਿਆਰ ਨਹੀਂ। ਜਰਮਨ ਦਾ ਹਿੱਟ ਤੇ ਮੋਦੀ ਦੀ ਬਿਲਕੁਲ ਇੱਕ ਪਾਲਿਸੀ ਆ, ਉਹ ਵੀ ਲੋਕਾਂ ਦੇ ਵਾਰ ਕਰਦਾ ਸੀ। ਇੱਕ ਵਾਰ ਮੱਲ ਬੁਲਾਉਂਦਾ, ਦੂਜੀ ਵਾਰ ਵਾਰ ਕਰਦਾ। ਹੁਣ ਇਹ ਗੱਲਬਾਤ ਰਾਹੀਂ ਇਹ ਦਿਖਾਉਣਾ ਚਾਹੁੰਦਾ ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਆ, ਕਿਸਾਨ ਗੱਲਬਾਤ ਲਈ ਤਿਆਰ ਨਹੀਂ। ਜੇ ਇੰਨੀ ਗੱਲ ਲੱਗਦਾ ਕਿ ਮੋਦੀ ਸਾਹਿਬ ਨੂੰ ਫੋਨ ਕਰੇ ਤੇ ਕਿਸਾਨਾਂ ਨਾਲ ਗੱਲਬਾਤ ਹੋ ਸਕਦੀ ਹੈ। ਜਿਵੇਂ ਕਿ ਵੱਡੇ ਵੱਡੇ ਸਟਾਰ ਬਾਹਰਲੀਆਂ ਕੰਟਰੀਆਂ 'ਚ ਆਪਾਂ ਦੇਖੀਏ ਤਾਂ ਆਪਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਉਹਨਾਂ ਦੇ ਵੱਲੋਂ, ਪਰ ਆਪਣੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੇਤੀ ਬਾਰੇ ਕੁਝ ਪਤਾ ਹੀ ਨਹੀਂ ਹੈ। ਦੇਖੋ ਜੀ, GST ਆਇਆ, ਵਪਾਰੀਆਂ ਨੂੰ ਨਹੀਂ ਪਤਾ। ਨੋਟਬੰਦੀ ਕਰੀ, ਲੋਕਾਂ ਨੂੰ ਨਹੀਂ ਪਤਾ। 370 ਧਾਰਾ ਤੋੜੀ, ਲੋਕਾਂ ਨੂੰ ਨਹੀਂ ਪਤਾ। ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੋਦੀ ਜਾਂ ਇਹਦੇ ਪਾਰਟੀ ਕੋਲੇ ਇਹੋ ਜਿਹਾ ਕਿਹੜਾ ਗਿਆਨ ਆ ਕਿ ਜਿਹੜਾ ਸਿਰਫ ਇਹਨਾਂ ਨੂੰ ਸਭ ਕੁਝ ਪਤਾ, ਲੋਕਾਂ ਨੂੰ ਪਤਾ ਨਹੀਂ। ਮੇਰਾ ਖੁੱਲ੍ਹਾ ਚੈਲੰਜ ਆ, ਮੇਰੇ ਨਾਲ ਡਿਬੇਟ ਕਰ ਰਿਹਾ ਜਿਹੜਾ ਮੰਤਰੀ ਆ। 11 ਮੀਟਿੰਗਾਂ ਹੋਈਆਂ, 11 ਮੀਟਿੰਗਾਂ ਦੇ ਵਿੱਚ ਇਹਨਾਂ ਦੇ ਚੰਗੇ ਚੋਟੀ ਦੇ ਪੜ੍ਹੇ ਲਿਖੇ ਅਫਸਰ ਸਾਹਿਬ ਨੂੰ ਅਸੀਂ ਹਰਾਇਆ, ਟੇਬਲ ਤੇ ਹਰਾਇਆ। ਹੁਣ ਜੇ ਨਹੀਂ ਸਮਝ ਆਉਂਦੀ ਤਾਂ ਫਿਰ ਮੋਦੀ ਸਰਕਾਰ ਦੇ ਜਾਂ ਇਹਦੀ ਭਾਰਤੀ ਜਨਤਾ ਪਾਰਟੀ ਨੂੰ ਸਮਝ ਨਹੀਂ ਆਉਂਦੇ। ਆ ਜਿਹੜੇ ਲੋਕ ਬੈਠੇ ਆ, ਇਹ ਮੋਦੀ ਨਾਲੋਂ ਜ਼ਿਆਦਾ ਸਿਆਣੇ ਆ। ਮੋਦੀ ਇੱਕੀ ਗੱਲ ਆ ਕਿ ਲੋਕਾਂ ਨੂੰ ਸਮਝ ਨਹੀਂ, ਸਮਝੇ ਤਾਂ ਮੋਦੀ ਨੂੰ ਤੇ ਮੋਦੀ ਦੀ ਪਾਰਟੀ ਨੂੰ ਨਹੀਂ, ਕਿ ਜਿਹੜੀ ਹੁਣ ਤੱਕ ਅੱਖਾਂ ਮੀਚ ਕੇ ਬੈਠੇ ਆ। ਹੁਣ ਆਪਣੇ ਨਾਲ ਜੁੜੇ ਨੇ ਗੁਰਦੀਪ ਸਿੰਘ ਜੀ ਤੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਉਹਨਾਂ ਬਾਰੇ। ਸਤਿ ਸ਼੍ਰੀ ਅਕਾਲ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਗੁਰਦੀਪ ਸਿੰਘ ਖਾਲਸਾ, ਸੂਬਾ ਜਨਰਲ ਸਕੱਤਰ ਜੈ ਜਵਾਨ ਜੈ ਕਿਸਾਨ ਪਾਰਟੀ। ਅਸੀਂ ਅੱਜ ਸੰਯੁਕਤ ਮੋਰਚੇ ਦੀ ਕਾਲ ਤੇ ਇਹ ਸਾਰੀਆਂ ਜਥੇਬੰਦੀਆਂ, ਚਾਹੇ ਉਹ ਧਾਰਮਿਕ ਹੈ, ਚਾਹੇ ਕੋਈ ਸਿਆਸੀ ਹੈ, ਜਾਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ, ਸਾਰੇ ਪਹੁੰਚੇ ਹੈ ਇਹ 3 ਘੰਟੇ ਦੇ ਸਫਲ ਨੂੰ ਬੰਦ ਕਰਾਉਣ ਵਾਸਤੇ ਜੀ। ਜਿਵੇਂ ਕਿ ਹਾਲੇ ਵੀ ਸਰਕਾਰਾਂ ਵੱਲੋਂ ਕੁਛ ਨਹੀਂ ਕੀਤਾ ਜਾ ਰਿਹਾ ਹੈ, ਠੀਕ ਹੈ ਜੀ, ਔਰ ਉਹਨਾਂ ਨੂੰ ਰੋਕਣ ਲਈ, ਕਿਸਾਨਾਂ ਨੂੰ ਰੋਕਣ ਲਈ ਸਰਕਾਰ ਨਵੇਂ ਹੱਥਕੰਡੇ ਵਰਤ ਰਹੀ ਹੈ। ਕਿਤੇ ਕੁਛ ਕਰਵਾਇਆ ਜਾ ਰਿਹਾ, ਕਿਤੇ ਕੁਛ ਕਰਵਾਇਆ ਜਾ ਰਿਹਾ। ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਸਰਕਾਰ ਦੀ ਬੁਖਲਾਹਟ ਹੈ, ਹੋਰ ਕੁਝ ਨਹੀਂ। ਸਰਕਾਰ ਬੈਕਫੁੱਟ ਤੇ ਹੈਗੀ। ਇਹ ਖਾਲੀ ਪੰਜਾਬ ਦਾ ਅੰਦੋਲਨ ਨਹੀਂ, ਇਹ ਪੂਰੇ ਭਾਰਤ, ਹੁਣ ਤਾਂ ਇੰਟਰਨੈਸ਼ਨਲ ਤੱਕ ਆਵਾਜ਼ ਚੱਲੀ ਗਈ। ਜਿਹੜਾ ਗੋਦੀ ਮੀਡੀਆ ਇਹਨੂੰ ਗਲਤ ਢੰਗ ਨਾਲ ਪੇਸ਼ ਕਰ ਰਿਹਾ, ਪਰ ਜਿਹੜਾ ਇੰਟਰਨੈਸ਼ਨਲ ਮੀਡੀਆ ਸੱਚ ਨੂੰ ਦਿਖਾ ਰਿਹਾ। ਹੁਣ ਸਰਕਾਰ ਨੂੰ ਝੁਕਣਾ ਪਏਗਾ। ਭਲਾਈ ਵੀ ਇਸੇ ਵਿੱਚ ਹੈ ਕਿ ਸਰਕਾਰ ਜਿਹੜੀ ਵਿਗੜੀ ਉਹਨੂੰ ਸੁਧਾਰ ਲਵੇ। ਬਹੁਤ ਸ਼ਹੀਦੀਆਂ ਵੀ ਹੋ ਚੁੱਕੀਆਂ, ਸੰਘਰਸ਼ ਤੇ ਪੂਰੇ ਭਾਰਤ ਦਾ ਲੋਕ ਲਹਿਰ ਬਣ ਚੁੱਕੀ ਹੈ। ਇਹ ਸੰਘਰਸ਼ ਹੁਣ ਰੁਕਣ ਵਾਲਾ ਨਹੀਂ ਹੈ। 3 ਖੇਤੀ ਕਾਨੂੰਨ 2020 ਹੈ, ਬਿਜਲੀ ਬਿੱਲ ਹੈ, ਉਹਨੂੰ ਰੱਦ ਕਰਾਉਣਾ, MSP ਤੇ ਪੱਕੀ ਕਾਨੂੰਨ ਦੀ ਗਰੰਟੀ ਬਣਾਉਣਾ। ਤਦ ਤੱਕ ਇਹ ਮੋਰਚਾ ਇਸੇ ਤਰ੍ਹਾਂ ਸ਼ਾਂਤਮਈ ਢੰਗ ਨਾਲ ਚੱਲੇਗਾ। ਚਾਹੇ ਉਹ ਪਰਚੇ ਪਾ ਕੇ ਡਰਾਉਣ, ਚਾਹੇ ਉਹ ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰਨ, ਜੋ ਦੂਜੇ ਬਾਰਡਰਾਂ ਤੇ ਨਹੀਂ ਇਹ ਉਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਰਹੇ, ਸਿਰਫ ਡਰਾਉਣ ਵਾਸਤੇ ਲੋਕਾਂ ਨੂੰ, ਹੋਰ ਕੁਝ ਨਹੀਂ। ਅੰਦੋਲਨ ਸ਼ਾਂਤਮਈ ਚੱਲ ਰਿਹਾ ਸੀ, ਚੱਲ ਰਿਹਾ, ਇਸ ਤਰ੍ਹਾਂ ਚੜ੍ਹਦੀ ਕਲਾ ਚੱਲਦਾ ਰਹੇਗਾ।